जिन्नी सचो सच ध्याया ओनी मंदै पैर ना रखियो। कर सुकृत धर्म कमाया ओनी दुनिया तोड़े बंधना। अन्न पानी थोड़ा खाया तू बख्शीसी अगला। नित देवह चढ़ै सवाया वड्याई वड्डा पाया। हर हर जन दोए एक है विब विचार किछ नाहे। जल ते उपज तरंग ज्यों जल ही बिखै समाहे। गरीब नवाज सतगुरु दीन दुनिया के पातशाह गुरता गद्दी ते विराजमान धन धन श्री गुरु ग्रंथ साहिब सच्चे पातशाह जी की पावन हजूरी विच सुभाएमान सत्कारयोग सन्मानयोग साध संगत जी, सारे कलगीधर पातशाह जी की बख्शिश की हुई फतेह गज वज के बुलाओ जी। वाहिगुरू जी का खालसा वाहिगुरू जी की फतेह। अज का समागम श्रीमान संत बाबा ईश्वर सिंह जी राड़ा साहब वाले उन्हां दे याद विच गुरुद्वारा अतरसर साहब जो महापुरुषों की याद विच एक कलगीधर पातशाह का स्थान स्थापित है। आप जी जुड़ बैठे हो। दास तो पहला बहुत ही प्यार नाल आप जी गुरमत विचारां सरवण कर रहे थे। सतगुरां ने संसार दे विच दो तरह के लोगों का जिक्र किया है जिन्हां दे आउण दा तरीका इक्को जिहा है, पर जदों वापस मुड़दे ने उदों उन्हां दा स्वरूप बदल जाता है। जिथों जीवन शुरू होया सी जे उस तरह का ही रहे तो बड़ी वड्डी गल है। मुढ़ जिहड़ा है जिन्हों आद कहंदे ने, जिंदगी की शुरुआत कहंदे ने, वो मनुख का बड़ा ही सोहना सी, बड़ा ही रसदायक सी। कबीर साहब इहदा जिक्र भी करते ने। कबीर जैसी उपजी पेड़ ते जो जैसी निभ है ओड़। जिवें जदों बूटा उगदा है ना, उहदा पत्ता बड़ा हरा हुंदा। जे उन्होंने चंगी तरह खुराक मिलती रहे तो वह वधदा रहे, उहदे पत्ते निकलते रहन, उहदियां टहनियां निकलदियां रहन, तो एक दिन वो फल तक पहुँच जाता। फल तो जिंदगी शुरू हुई सी ते फल तक पहुँच गई। यही मनुखा जीवन का प्रयोजन है। मनुखा जीवन की शुरुआत कित्थों हुई है? जदों आपां बाणी विचों पढ़ने कि साडा जीवन कित्थों शुरू होया, सानू लगदा है भी साडा जीवन शरीर तो शुरू होया, पर शरीर तो जीवन शुरू नहीं होया, जीवन जोत तो शुरू होया। शरीर विच जोत टिकाई है परमेश्वर ने, वाहिगुरू ने, ते तां ये मिट्टी बोलदी है, तां ये वेखदी है, तां ये तुरदा है शरीर, तां काम करदा है। नहीं जोत पासे हो जाए तो महाराज कहते ने फिर ये बोलदा भी नहीं है, ना वेख सकदा है।
ਤਾਂ ਜੀਵਨ ਜੋਤ ਤੋਂ ਸ਼ੁਰੂ ਹੋਇਆ ਹੈ। ਇਹ ਪਹਿਲੀ ਬੁਨਿਆਦੀ ਗੱਲ ਸਾਨੂੰ ਸਮਝਣੀ ਬੜੀ ਜ਼ਰੂਰੀ ਹੈ। ਹੁਣ ਜੋਤ ਕੀ ਹੈ? ਜੋਤ ਕਿਹਨੂੰ ਕਹਿੰਦੇ ਨੇ? ਪਰਮਾਤਮਾ ਦਾ ਸਭ ਤੋਂ ਵੱਡਾ ਸਬੂਤ ਜੋਤ ਹੈ। ਵੈਸੇ ਉਹ ਕੋਈ ਉਹਦਾ ਰੂਪ ਰੰਗ ਨਹੀਂ ਹੈ, ਸਰੀਰ ਤੋਂ ਰਹਿਤ ਹੈ, ਇਹ ਸਰੀਰੀ ਹੈ। ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਇਹ ਤਾਂ ਇੱਕ ਗੱਲ ਬਣਾਈ ਹੋਈ ਹੈ ਵੀ ਪਰਮਾਤਮਾ ਦਾ ਸਰੀਰ ਕੋਈ ਨਹੀਂ, ਬਈ ਨਾ ਉਹਦਾ ਸਰੀਰ ਹੈ ਤੇ ਨਾ ਉਹਦਾ ਸਬੂਤ ਦੇਣਾ ਪਏ ਵੀ ਜਦੋਂ ਸਰੀਰ ਹੈ ਹੀ ਨਹੀਂ। ਸਾਧ ਸੰਗਤ ਜੀ, ਸਾਡਾ ਵੀ ਕੋਈ ਸਰੀਰ ਨਹੀਂ ਹੈ। ਆਪ ਜੀ ਇਸ ਗੱਲ ਨੂੰ ਧਿਆਨ ਨਾਲ ਸੁਣਨਾ। ਸਾਡਾ ਕੋਈ ਸਰੀਰ ਸਿਰਫ ਕੰਮ ਦੇਣ ਲਈ ਹੈ। ਮਨੁੱਖ ਆਪ ਸਰੀਰ ਨਹੀਂ ਹੈ। ਇਹ ਸਰੀਰ ਉਹਨੂੰ ਮਿਲਿਆ ਹੈ ਕੁਝ ਸਮੇਂ ਵਾਸਤੇ। ਸਾਡਾ ਜਿਹੜਾ ਜੀਵਨ ਹੈ ਉਹ ਅਸਰੀਰੀ ਹੈ, ਬੋਡੀਲੈਸ। ਜੇ ਕਹੀਏ ਕੋਈ ਮਨ ਦੀ ਤਸਵੀਰ ਖਿੱਚ ਕੇ ਵਿਖਾਓ ਕੈਮਰੇ ਵਿੱਚ, ਪਤਾ ਲੱਗੇਗਾ ਮਨ ਦੀ ਕੋਈ, ਆਤਮਾ ਦੀ ਕੋਈ ਤਸਵੀਰ ਨਹੀਂ ਹੈ। ਇਸ ਲਈ ਫਿਰ ਗੁਰੂ ਸਾਹਿਬ ਨੇ ਆਤਮ ਜੋਤ ਨੂੰ ਇਹਦੇ ਲਈ ਜੋਤ ਸ਼ਬਦ ਵਰਤਿਆ। ਜੋਤ ਤਾਂ ਵਰਤਿਆ ਕਿ ਜੋਤ ਮੈਲੀ ਨਹੀਂ ਹੁੰਦੀ। ਮੇਰੇ ਖਿਆਲ ਵਿੱਚ ਆਵਾਜ਼ ਜ਼ਿਆਦੀ ਹੈ ਥੋੜ੍ਹੀ ਜਿਹੀ ਤੇ ਗੂੰਜਦੀ ਜ਼ਿਆਦੀ ਹੈ। ਆਪਾਂ ਗੱਲ ਸਮਝ ਜ਼ਿਆਦਾ ਹੋਵੇ ਥੋੜ੍ਹੀ ਜਿਹੀ ਘਟਾ ਦਿਓ, ਜ਼ਿਆਦਾ ਨਹੀਂ। ਜੋਤ ਦਾ ਗੁਣ ਕੀ ਹੈ? ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਤੂੰ ਦੁਨੀਆ ਵਿੱਚ, ਤੇਰਾ ਨਾਂ ਅਜੇ ਨਹੀਂ ਸੀ ਟਿਕਿਆ, ਪਹਿਲਾਂ ਜੋਤ ਟਿਕੀ ਸੀ, ਨਾਂ ਬਾਅਦ ਵਿੱਚ ਰੱਖਿਆ। ਪਹਿਲਾਂ ਤੇਰਾ ਇੱਕ ਥਾਂ ਤੇ ਆਵਾਜ਼ ਰਹਿਣ ਦਿਓ, ਬਹੁਤ ਇਹ ਕੋਈ ਅਖਾੜੇ ਵਾਲੀ ਚੀਜ਼ ਨਹੀਂ ਹੈ। ਵਿਚਾਰ ਕਰਨੀ ਇੱਕੋ ਥਾਂ ਤੇ, ਥੋੜ੍ਹੀ ਜਿਹੀ ਘੱਟ ਕਰੋ, ਕਿਉਂਕਿ ਮੁੱਢ ਜਿਹੜੀ ਹੁੰਦੀ ਬਸ ਠੀਕ ਹੈ, ਗੱਲ ਸਮਝ ਵਿੱਚ ਆਵੇ। ਜਦੋਂ ਆਵਾਜ਼ ਕਦੀ ਘਟਦੀ ਹੈ ਕਦੀ ਵੱਧਦੀ ਹੈ, ਇਕਾਗਰਤਾ ਭੰਗ ਹੁੰਦੀ। ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ। ਜੋਤ ਕਰਕੇ ਸਰੀਰ ਚੱਲਦਾ, ਸਰੀਰ ਕਰਕੇ ਜੋਤ ਨਹੀਂ ਚੱਲਦੀ। ਜਦੋਂ ਸਰੀਰ ਨਹੀਂ ਵੀ ਰਹੇਗਾ ਉਦੋਂ ਵੀ ਜੋਤ ਰਹੇਗੀ, ਉਦੋਂ ਵੀ ਉਹਦੀ ਹੋਂਦ ਮੌਜੂਦ ਰਹੇਗੀ। ਸਰੀਰ ਖਤਮ ਹੋਣ ਤੋਂ ਬਾਅਦ ਵੀ ਜੋਤ ਰਹਿੰਦੀ ਹੈ, ਅੱਗੇ ਜੋਤ ਹੀ ਜਾਂਦੀ ਹੈ, ਅੱਗੇ ਸੂਖਮ ਸਰੀਰ ਹੀ ਜਾਂਦਾ। ਤਾਂ ਉਹ ਜੋਤ ਇਹਦੇ ਵਾਸਤੇ ਲਫ਼ਜ਼ ਤਾਂ ਵਰਤਿਆ ਗਿਆ ਹੈ ਕਿ ਜੋਤ ਦੇ ਉੱਤੇ ਬਾਹਰੀ ਕਿਸੇ ਚੀਜ਼ ਦਾ ਅਸਰ ਨਹੀਂ ਪੈਂਦਾ। ਜਿਵੇਂ ਧੂੜ ਉੱਡ ਰਹੀ ਹੈ, ਹਨੇਰੀ ਉੱਡ ਰਹੀ ਹੈ ਤੇ ਜੋਤ ਮੈਲੀ ਨਹੀਂ ਹੁੰਦੀ। ਅੱਗ ਕਦੀ ਮੈਲੀ ਨਹੀਂ ਹੁੰਦੀ, ਸਾਫ਼ ਰਹਿੰਦੀ ਹੈ। ਚੀਜ਼ਾਂ ਨੂੰ ਸਾੜ ਕੇ ਪਵਿੱਤਰ ਕਰ ਦੇਗੀ, ਭੋਜਨ ਨੂੰ ਸਾੜ ਕੇ ਪਵਿੱਤਰ ਕਰ ਦੇਗੀ ਬਣਾ ਕੇ। ਅੱਗ ਆਪ ਮੈਲੀ ਨਹੀਂ ਹੁੰਦੀ, ਜੋਤ ਮੈਲੀ ਨਹੀਂ ਹੁੰਦੀ। ਸਾਧ ਸੰਗਤ ਜੀ, ਸ਼ਬਦ ਮੈਲਾ ਨਹੀਂ ਹੁੰਦਾ, ਉਹਦੇ ਉੱਤੇ ਕਿਸੇ ਚੀਜ਼ ਦਾ ਪ੍ਰਭਾਵ ਨਹੀਂ ਪੈਂਦਾ। ਸਾਧੂ ਕੌਣ ਹੁੰਦੇ ਨੇ? ਸਾਧੂ ਜਿਨ੍ਹਾਂ ਦੀ ਯਾਦ ਵਿੱਚ ਆਪਾਂ ਜੁੜੇ ਹਾਂ। ਉਹਨਾਂ ਨੇ ਉਸ ਜੋਤ ਨੂੰ ਪ੍ਰਗਟ ਕਰ ਲਿਆ ਹੁੰਦਾ ਹੈ। ਆਪਣੀ ਜੋਤ ਸਾਰਿਆਂ ਦੇ ਵਿੱਚ ਉਹ ਜੋਤ ਹੈ, ਪਰ ਪ੍ਰਗਟ ਨਹੀਂ ਕਰ ਸਕੇ ਆਪਾਂ। ਹੋਰ ਚੀਜ਼ਾਂ ਪ੍ਰਗਟ ਹੋ ਰਹੀਆਂ ਨੇ ਵਿੱਚੋਂ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ, ਨਿੰਦਿਆ, ਦਵੈਸ਼,